कर लो जुल्म जिन्ने भी आ करने, साडे लई तां तीर्थ स्थान बन गए। आ जेड़े दिल्ली देआं बार्डरां ते लगे तरने, साडे लई तां तीर्थ स्थान बन गए। जेड़े दिल्ली देआं बार्डरां ते लगे तरने। जिस तरह अज मेरी सोच मुतलक अज घट तो घट पंजाब तो लख 1.5 ਲੱਖ ट्रैक्टर करीब ਲੱਖ और 1.5 ਲੱਖ ਦੇ ਵਿੱਚ ਅੱਜ ਆਇਆ। ਇੱਥੋਂ ਪਤਾ ਲੱਗ ਰਿਹਾ ਬਾਬਾ ਜੀ ਦੱਸਦੇ ਸੀਗੇ ਰਾਤ 1:30 ਤੋਂ 2 ਵਜੇ ਤੱਕ ਲਗਾਤਾਰ ਟਰੈਕਟਰ ਲੰਘਦੇ ਰਹੇ। ਝੋਲੀ ਸ਼ਾਹੂਕਾਰ ਦੀ ਪੈ ਜਾਏ, ਦੇਸ਼ ਦੇ ਸਾਧਨ ਵੇਚਣ ਬਹਿ ਜਾਏ, ਉਹਨਾਂ ਨੂੰ ਅੱਤਵਾਦੀ ਕਹਿ ਜਾਏ, ਖਾਵੇ ਜਿਨ੍ਹਾਂ ਦਾ ਖਾਣਾ। ਜਿਸ ਦੇਸ਼ 'ਚ ਰੁਲਨ ਕਿਸਾਨ ਉਹ ਹਾਕਮ हो सकदा नहीं सियाणा। जिस देश च रुलन किसान ओ हाकम हो सकदा नहीं सियाणा। ਸਿੰਘੂ ਬਾਰਡਰ ਤੇ ਜੇਕਰ ਅਸੀਂ ਦੇਖੀਏ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਲਗਾਤਾਰ ਪਹੁੰਚ ਰਹੇ ਨੇ, ਕਿਉਂਕਿ 26 ਤਰੀਕ ਦੀ ਜਿਹੜੀ ਪਰੇਡ ਹੈ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਸਾਰੇ ਹੀ ਕਿਸਾਨਾਂ ਨੇ ਦਿੱਲੀ ਨੂੰ ਵਹੀਰਾਂ ਕੱਤੀਆਂ ਹੋਈਆਂ ਨੇ। ਇਸ ਮੌਕੇ ਤੇ ਅਸੀਂ ਦੇਖ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਜਿਹੜਾ ਇਹ ਮੋਰਚਾ ਇਸ ਨੂੰ ਸਫਲਤਾ ਦੇ ਵੱਲ ਪਹੁੰਚਾਉਣ ਦੇ ਲਈ ਪੰਜਾਬ ਦੇ ਸਿੰਗਰਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ। ਇਸ ਵਾਰ ਪੰਜਾਬ ਦੇ ਸਿੰਗਰ ਜਿਨ੍ਹਾਂ ਦੇ ਉੱਪਰ ਸਮੇਂ-ਸਮੇਂ ਤੇ ਉਂਗਲਾਂ ਉੱਠਦੀਆਂ ਰਹੀਆਂ, ਇਸ ਵਾਰ ਉਹਨਾਂ ਨੇ ਇਸ ਮੋਰਚੇ ਦੇ ਵਿੱਚ ਵੱਡਾ ਯੋਗਦਾਨ ਪਾਇਆ, ਇਸ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਅਸੀਂ ਸਿੰਘੂ ਬਾਰਡਰ ਤੇ ਮੌਜੂਦ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਟਰੈਕਟਰ ਪਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ। ਇਸ ਮੌਕੇ ਤੇ ਸਾਡੇ ਅਚਨਚੇਤ ਮੁਲਾਕਾਤ ਹੋਈ ਹੈ ਪੰਮਾ ਡੂਮੇਵਾਲ ਜੀ ਦੇ ਨਾਲ, ਜੋ ਕਿ ਬਹੁਤ ਸੋਹਣੀ ਸਾਫ਼ ਸੁਥਰੀ ਗਾਇਕੀ ਲੋਕਾਂ ਤੱਕ ਪਹੁੰਚਾਉਂਦੇ ਨੇ। ਅਸੀਂ ਗੱਲਬਾਤ ਕਰਾਂਗੇ। ਡੂਮੇਵਾਲ ਸਾਹਿਬ ਅੱਗੇ ਆ ਜਾਓ ਥੋੜ੍ਹਾ ਜਿਹਾ। ਤੁਸੀਂ ਅੱਜ ਪਹੁੰਚੇ ਹੋ ਸਿੰਘੂ ਬਾਰਡਰ ਦੇ ਉੱਪਰ ਇਸ ਮੋਰਚੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ 26 ਤਰੀਕ ਨੂੰ ਪਰੇਡ ਹੋ ਰਹੀ ਹੈ। ਕਿਸਾਨ ਆਗੂਆਂ ਦੇ ਵੱਲੋਂ ਰੋਡ ਮੈਪ ਜਾਰੀ ਕਰ ਦਿੱਤਾ ਗਿਆ ਹੈ। ਲਗਾਤਾਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ, ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ, ਲੋਕ ਪਹੁੰਚ ਰਹੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਸੋਹਣਾ ਪੀਸਫੁਲ ਇਹ ਰਹੇਗਾ? ਕਿਉਂਕਿ ਤੁਸੀਂ ਲਗਾਤਾਰ ਇੱਥੇ ਪਹੁੰਚਦੇ ਰਹੇ ਹੋ, ਤੁਸੀਂ ਵੀ ਪਹਿਲਾਂ ਯੋਗਦਾਨ ਪਾਇਆ ਇਸ ਅੰਦੋਲਨ ਦੇ ਵਿੱਚ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦਾ ਸਾਨੂੰ ਦਿੱਤਾ ਹੋਇਆ ਸਿਧਾਂਤ, ਉਹਨਾਂ ਨੇ ਆਪ ਖੇਤੀ ਕਰਕੇ ਜਿਹੜੀ ਹੱਕ ਤੇ ਸੱਚ ਦੀ ਕਮਾ ਕੇ ਖਾਣ ਦਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਸੀ, ਸੋ ਤੇ ਪਹਿਰਾ ਦਿੰਦੇ ਹਾਂ। ਅੱਜ ਤੁਹਾਨੂੰ ਪਤਾ ਪਿਛਲੇ 3 ਮਹੀਨਿਆਂ ਤੋਂ ਪਹਿਲਾਂ 2 ਮਹੀਨੇ ਪੰਜਾਬ 'ਚ ਇਹ ਸੰਘਰਸ਼ ਰਿਹਾ, ਅਤੇ ਉਸ ਤੋਂ ਬਾਅਦ ਜਦੋਂ ਬਿਗਲ ਵੱਜਿਆ ਦਿੱਲੀ ਆਉਣ ਦਾ, ਅਤੇ ਹੁਣ ਬਿਗਲ 26 ਦਾ ਵੱਜਿਆ ਜਿਨ੍ਹਾਂ ਕੋਲ ਟਰੈਕਟਰ ਨੇ। ਸੋ ਤੁਹਾਡੇ ਮਾਧਿਅਮ ਜਰੀਏ ਮੈਂ ਭਾਜੀ ਬੇਨਤੀ ਵੀ ਨੌਜਵਾਨਾਂ ਨੂੰ ਜ਼ਰੂਰ ਕਰੂੰਗਾ ਕਿ ਇਹ ਅਸੀਂ ਜਿੱਤਣੀ ਆ ਜੰਗ, ਇਹ ਕੰਮ ਹੋਸ਼ ਦਾ। ਸੋ ਇਹ ਨਾ ਹੋਵੇ ਕਿ ਸਾਡੀ ਕੋਈ ਹੁੱਲੜਬਾਜੀ ਇਹਨੂੰ ਢਾਹ ਲਾਵੇ। ਅੰਦੋਲਨ ਨੂੰ ਹੱਥ ਜੋੜ ਕੇ ਬੇਨਤੀ ਹੈ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ, ਜਿਸ ਤਰ੍ਹਾਂ ਵਾਰ-ਵਾਰ ਜਿਹੜੇ ਕਿਸਾਨ ਆਗੂ ਹੈ ਅਪੀਲ ਵੀ ਕਰ ਰਹੇ, ਮੈਂ ਕਹਿੰਦਾ ਬੇਨਤੀ ਵੀ ਕਰ ਰਹੇ। ਤੇ ਹੁਣ ਵੀ ਜਦੋਂ ਪਿੱਛੋਂ ਮੈਨੂੰ ਲੱਗਦਾ ਅਸੀਂ 10 ਕਿਲੋਮੀਟਰ ਪਿੱਛੇ ਟਰੈਕਟਰਾਂ ਦਾ, ਅਜੇ ਕੱਲ੍ਹ 25 ਹੈ, ਮੈਨੂੰ ਤਾਂ ਇੱਦਾਂ ਲੱਗਦਾ ਵੀਰ ਇੱਥੋਂ 25 ਕਿਲੋਮੀਟਰ ਵੈਸੇ ਹੀ ਪਿੱਛੇ ਟਰੈਕਟਰ, ਤੇ ਇੱਥੇ ਚੱਲਣਗੇ ਕਿੱਥੇ? ਲਗਭਗ ਮੇਰੇ ਹੀ ਸੋਚ ਮੁਤਾਬਕ 3.5 ਤੇ 4 ਲੱਖ ਟਰੈਕਟਰ ਇਸ ਸਿੰਘੂ ਬਾਰਡਰ ਤੇ ਪਹੁੰਚ ਜਾਣਾ। ਬਿਲਕੁਲ, ਕਿਸਾਨਾਂ ਨਾਲ ਸਾਡੀ ਗੱਲਬਾਤ ਵੀ ਹੋਈ। 100 ਕਿਲੋਮੀਟਰ ਦਾ ਲਗਭਗ ਏਰੀਆ ਹੈ ਜਿੱਥੋਂ ਦੀ ਇਹ ਜਿਹੜੀ ਟਰੈਕਟਰ ਰੈਲੀ ਹੋਏਗੀ, ਟਰੈਕਟਰ ਪਰੇਡ ਹੋਏਗੀ, ਜਿੱਥੋਂ ਦੀ ਸਿੰਘੂ ਬਾਰਡਰ ਦੀ ਆਪਾਂ ਜੇਕਰ ਗੱਲ ਕਰੀਏ। ਜੋਸ਼ ਤੇ ਹੋਸ਼ ਦੀ ਤੁਸੀਂ ਗੱਲ ਕੀਤੀ ਹੈ, ਕਿਸਾਨ ਆਗੂਆਂ ਦੇ ਵੱਲੋਂ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਜੋਸ਼ ਦੇ ਨਾਲ ਹੋਸ਼ ਜ਼ਰੂਰ ਕਾਇਮ ਰੱਖਿਆ ਜਾਏ, ਕਿਉਂਕਿ ਸਮੇਂ ਦੀ ਸਰਕਾਰ ਦੇ ਵੱਲੋਂ ਜਾਂ ਏਜੰਸੀਆਂ ਦੇ ਵੱਲੋਂ ਜੋ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹੋ ਜਿਹੇ ਸ਼ਰਾਰਤੀ ਅੰਸਰ ਭੇਜੇ ਜਾ ਰਹੇ ਜਿਹੜੇ ਹੁੱਲੜਬਾਜੀ ਕਰ ਸਕਦੇ ਆ, ਅੰਦੋਲਨ ਨੂੰ ਵਿਗਾੜ ਸਕਦੇ ਆ। ਜੋਸ਼ ਤੇ ਹੋਸ਼ ਬਹੁਤ ਵੱਡੀ ਚੀਜ਼ ਹੈ। ਤੁਸੀਂ ਜੋਸ਼ ਤੇ ਹੋਸ਼ ਤੇ ਕੋਈ ਸੌਂਗ ਲਿਖਿਆ ਜਿਹੜਾ ਨੌਜਵਾਨਾਂ ਨੂੰ ਸੇਧ ਦੇ ਸਕੇ? ਜ਼ਰੂਰ ਤੁਸੀਂ ਉਹ ਸ਼ੇਅਰ ਕਰੋ, ਕਿਉਂਕਿ ਬਹੁਤ ਤੁਹਾਡੇ ਫੈਨ ਨੇ, ਤੁਹਾਨੂੰ ਬਹੁਤ ਸੁਣਦੇ ਨੇ। ਇਸ ਦੇ ਉੱਪਰ ਮੈਂ ਚਾਹਾਂਗਾ ਕਿ ਕੋਈ ਨਾ ਕੋਈ ਸੌਂਗ ਜਿਹੜਾ ਉਹ ਜ਼ਰੂਰ ਤੁਸੀਂ ਸੁਣਾਓ। ਹੋ ਲੱਗੇ ਸਰਕਾਰ ਨੂੰ ਇਹ ਮੁੜ ਜਾਣਗੇ, ਉਹਨਾਂ ਨੂੰ ਕੀ ਪਤਾ ਹੋਰ ਜੁੜ ਜਾਣਗੇ। हक लए बिना पिछे नू नहीं मुड़दे किसान, कर लो जुल्म जिन्ने भी आ करने, साडे लई तां तीर्थ स्थान बन गए। आ जेड़े दिल्ली देआं बार्डरां ते लगे तरने, साडे लई तां तीर्थ स्थान बन गए। जेड़े दिल्ली देआं बार्डरां ते लगे तरने,
ਠੰਡੇ ਬੁਰਜ ਚੋਂ ਮਿਲੇ ਸਾਨੂੰ ਨਿੱਘ ਜੋਸ਼ ਦਾ, ਠੰਡੇ ਬੁਰਜ ਚੋਂ ਮਿਲੇ ਸਾਨੂੰ ਨਿੱਘ ਜੋਸ਼ ਦਾ, ਅਸੀਂ ਜਿੱਤਣੀ ਆ ਜੰਗ ਇਹ ਕੰਮ ਹੋਸ਼ ਦਾ। ਠੰਡੇ ਬੁਰਜ ਚੋਂ ਮਿਲੇ ਸਾਨੂੰ ਨਿੱਘ ਜੋਸ਼ ਦਾ, ਅਸਾਂ ਜਿੱਤਣੀ ਏ ਜੰਗ ਇਹ ਕੰਮ ਹੋਸ਼ ਦਾ। ਠੰਡੇ ਪਾਣੀ ਦੀਆਂ ਬਾਛੜਾਂ ਕੀ ਠਾਰਨਾ ਏ ਸਾਨੂੰ, ਅਸੀਂ ਸਰਸਾ ਦੇ ਵਿੱਚ ਗਿੱਜੇ ਹੋਇਆਂ ਤਰਨੇ, ਸਾਡੇ ਲਈ ਤਾਂ ਤੀਰਥ ਸਥਾਨ ਬਣ ਗਏ ਆ ਜਿਹੜੇ ਦਿੱਲੀ ਦਿਆਂ ਬਾਰਡਰਾਂ ਤੇ ਲੱਗੇ ਤਰਨੇ। ਪਿੰਡਾਂ ਚੋਂ ਟਰਾਲੀਆਂ ਤਾਂ ਆਣ ਭਰ ਕੇ, ਬਹਿ ਨਹੀਂ ਹੁੰਦਾ ਘਰੇ ਹੁਣ ਹੋਰ ਜਰ ਕੇ। ਸਿੰਘੂ ਅਤੇ ਟਿੱਕਰੀ ਦੀ ਕੱਚੀ ਆ ਰਿਹਾਇਸ਼, ਸਿੰਘੂ ਅਤੇ ਟਿੱਕਰੀ ਦੀ ਕੱਚੀ ਆ ਰਿਹਾਇਸ਼, ਸਾਡੇ ਪੱਕੇ ਆ ਇਰਾਦੇ ਜੋ ਕਦੇ ਨਹੀਂ ਹਰਨੇ, ਸਾਡੇ ਲਈ ਤਾਂ ਤੀਰਥ ਸਥਾਨ ਬਣ ਗਏ ਆ ਜਿਹੜੇ ਦਿੱਲੀ ਦਿਆਂ ਬਾਰਡਰਾਂ ਤੇ ਲੱਗੇ ਧਰਨੇ। ਠੰਡ ਤੋਂ ਨਾ ਡਰੇ ਵੇਖੀ ਧੁੱਪ ਵੀ ਜਰਾਂਗੇ, ਹੱਕ ਲੈ ਕੇ ਜਾਵਾਂਗੇ ਜਾਂ ਇੱਥੇ ਹੀ ਮਰਾਂਗੇ। ਠੰਡ ਤੋਂ ਨਾ ਡਰੇ ਉਹ ਵੇਖੀ ਧੁੱਪ ਵੀ ਜਰਾਂਗੇ, ਹੱਕ ਲੈ ਕੇ ਜਾਵਾਂਗੇ ਜਾਂ ਇੱਥੇ ਹੀ ਮਰਾਂਗੇ। ਕਟਾਣੇ ਵਾਲਾ ਚਾਨਾ ਡੂਮੇ ਵਾਲੀਏ ਨੂੰ ਕਹਿੰਦਾ, ਆ ਜੋ ਚੱਲੀਏ ਇਕੱਠ ਆਪਾਂ ਵੱਡੇ ਕਰਨੇ, ਸਾਡੇ ਲਈ ਤਾਂ ਇਹ ਤੀਰਥ ਸਥਾਨ ਬਣ ਗਏ ਆ ਜਿਹੜੇ ਦਿੱਲੀ ਦਿਆਂ ਬਾਰਡਰਾਂ ਤੇ ਲੱਗੇ ਧਰਨੇ। ਬੋਲੇ ਸੋ ਨਿਹਾਲ। ਲੋਕਾਂ ਦਾ ਇੱਥੇ ਪਹੁੰਚੇ ਹੋਇਆਂ ਦਾ ਜੋਸ਼ ਦੇ ਸਕਦੇ ਹਾਂ, ਕਿੰਨਾ ਜੋਸ਼ ਹੈ ਇਹਨਾਂ ਦੇ ਵਿੱਚ। ਨਾਲ ਪੰਮਾ ਡੂਮੇਵਾਲ ਜੀ ਦੇ ਵੱਲੋਂ ਬਹੁਤ ਸੁਨੇਹਾ ਸੋਹਣਾ ਦਿੱਤਾ ਗਿਆ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਇਹ ਜਿਹੜਾ ਅੰਦੋਲਨ ਆ ਉਹ ਕੀਤਾ ਜਾਏ। ਅਸੀਂ ਹੋਰ ਵੀ ਗੱਲਬਾਤ ਕਰਾਂਗੇ। ਮੈਂ ਕਹਾਂਗਾ ਸੁਮਿਤ ਨੂੰ ਥੋੜ੍ਹਾ ਜਿਹਾ ਨੇੜੇ ਆ ਜਾਣ ਤਾਂ ਕਿ ਅਸੀਂ ਗੱਲਬਾਤ ਕਰ ਸਕੀਏ। ਬਹੁਤ ਸ਼ਾਨਦਾਰ ਸੰਦੇਸ਼ ਤੁਹਾਡੇ ਵੱਲੋਂ ਦਿੱਤਾ ਗਿਆ ਹੈ। ਦਿੱਲੀ ਦੇ ਜਿਹੜੇ ਇਹ ਬਾਰਡਰ ਹੈ ਇਹ ਸਾਡੇ ਲਈ ਇੱਕ ਤਰ੍ਹਾਂ ਤੀਰਥ ਸਥਾਨ ਬਣੇ ਹੋਏ ਨੇ, ਤੁਸੀਂ ਕਹਿ ਰਹੇ ਹੋ, ਕਿਉਂਕਿ ਇੱਥੇ ਲਗਾਤਾਰ ਜੇਕਰ ਆਪਾਂ ਦੇਖੀਏ ਪਿਛਲੇ ਸਮੇਂ ਦੌਰਾਨ ਗੁਰਪੁਰਬ ਵੀ ਇੱਥੇ ਮਨਾਏ ਗਏ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਗਿਆ, ਗੁਰਬਾਣੀ ਕੀਰਤਨ ਵੀ ਚੱਲਦੇ ਨੇ, ਸੰਤ ਮਹਾਂਪੁਰਖ ਵੀ ਇੱਥੇ ਪਹੁੰਚੇ ਹੋਏ ਨੇ। ਅਸੀਂ ਦੇਖ ਸਕਦੇ ਹਾਂ ਤਸਵੀਰ ਦੇ ਵਿੱਚ ਲਗਾਤਾਰ ਇਹਨਾਂ ਦੇ ਵੱਲੋਂ ਲੰਗਰ ਲਗਾਏ ਜਾ ਰਹੇ ਨੇ। ਹੁਣ ਕੀ ਲੱਗਦਾ ਹੈ ਅਸੀਂ ਜਲਦੀ ਜਿੱਤ ਹਾਸਲ ਕਰ ਪਾਵਾਂਗੇ? ਕਿਉਂਕਿ ਮੋਦੀ ਸਰਕਾਰ ਤਾਂ ਅੜੀ ਹੋਈ ਹੈ। 26 ਜਨਵਰੀ ਨੂੰ ਪਰੇਡ ਵੀ ਹੋ ਰਹੀ ਹੈ, ਵੱਡੀ ਗਿਣਤੀ ਵਿੱਚ ਲੋਕ ਆ ਰਹੇ ਨੇ, ਇਸ ਦਾ ਕਿੰਨਾ ਕੁ ਅਸਰ ਹੋਏਗਾ? ਤੁਹਾਨੂੰ ਕੀ ਲੱਗਦਾ? ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਵੱਡਾ ਧੰਨਵਾਦ ਉਹ ਜਿਸ ਤਰ੍ਹਾਂ ਹੀ ਜਿੱਥੇ ਖੜ੍ਹੇ ਆ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ, ਇਹ ਬਾਬਾ ਜੀ ਹੋਰੀ ਜਦੋਂ ਮੈਨੂੰ ਲੱਗਦਾ 26-25 ਨੂੰ ਇੱਥੇ 25/11 ਨੂੰ ਇਹ ਇੱਥੇ ਜਦੋਂ ਕੂਚ ਕਰਕੇ ਸਾਡੇ ਕਿਸਾਨ ਭਰਾ ਆਏ, ਉਹ ਤੋਂ ਅਗਲੇ ਦਿਨ ਹੋਰ ਵੀ ਕਿੰਨੀਆਂ ਸੰਸਥਾਵਾਂ ਵੱਲੋਂ ਜਿਹੜੇ ਲੰਗਰ, ਮੈਂ ਬਾਬਾ ਜੀ ਹੋਰੀ ਨਾਲ ਖੜੇ ਨੇ, ਬਹੁਤ ਸਤਿਕਾਰ ਹੈ ਇਹਨਾਂ ਨੂੰ। ਜਿਸ ਤਰ੍ਹਾਂ ਅੱਜ ਮੇਰੀ ਸੋਚ ਮੁਤਲਕ ਅੱਜ ਘੱਟ ਤੋਂ ਘੱਟ ਪੰਜਾਬ ਤੋਂ 1.5 ਲੱਖ ਟਰੈਕਟਰ, ਕਰੀਬ ਲੱਖ ਔਰ 1.5 ਲੱਖ ਦੇ ਵਿੱਚ ਅੱਜ ਆਇਆ। ਇੱਥੋਂ ਪਤਾ ਲੱਗ ਰਿਹਾ, ਬਾਬਾ ਜੀ ਦੱਸਦੇ ਸੀਗੇ ਰਾਤ 1:30 ਤੋਂ 2 ਵਜੇ ਤੱਕ ਲਗਾਤਾਰ ਟਰੈਕਟਰ ਲੰਘਦੇ ਰਹੇ। ਸੋ ਸਾਰੀਆਂ ਸ਼ਖਸੀਅਤਾਂ ਮੈਂ ਕਹਿੰਦਾ ਹੁਣ ਤੇ ਪੂਜਣਯੋਗ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਸੰਗਤਾਂ ਦੇ ਲਈ ਕੀਤਾ। ਅਗਲੀ ਗੱਲ ਭਾਜੀ, ਜਿਸ ਤਰ੍ਹਾਂ ਤੁਸੀਂ ਕਹੇ ਕਿ ਰਿਜ਼ਲਟ ਕੀ ਨਿਕਲੂਗਾ, ਰਿਜ਼ਲਟ ਕੋਈ ਵੀ ਹੋਵੇ, ਹੋ ਸਕਦਾ ਹੈ ਮੇਰੀ ਸੋਚ ਮੁਤਲਕ ਇਹ ਅਜੇ ਸੰਘਰਸ਼ ਲੰਬਾ ਚੱਲੇ, ਔਰ ਲੰਬਾ ਚੱਲਣ ਦੇ ਨਾਲ ਇੱਥੇ ਸਾਨੂੰ ਜਿਸ ਤਰ੍ਹਾਂ ਉਹਨਾਂ ਕੋਲ ਪੇਪਰ ਵਰਕ ਹੈ, ਅਤੇ ਹੁਣ ਸਾਡੀਆਂ ਸੰਗਤਾਂ ਨੂੰ ਵੀ ਪੇਪਰ ਵਰਕ ਬੜੇ ਠਰੰਮੇ ਦੇ ਨਾਲ ਬਾਬਾ ਜੀ ਹੋਰੀ ਲੰਗਰ ਲਾਇਆ। ਪਹਿਲਾਂ ਬਹੁਤ ਚੰਗੀ ਗੱਲ ਹੈ, ਪਰ ਉਹ ਜਿਸ ਤਰ੍ਹਾਂ ਸਾਰਾ ਇਕੱਠਾ ਹੋ ਗਿਆ ਨਾ, ਨੂਡਲਾਂ ਦਾ ਲੰਗਰ ਲਾਤਾ ਜੀ, ਅਸੀਂ 버ਗਰਾਂ ਦਾ ਲੰਗਰ, ਉਹ ਸਾਰਾ ਸਿਸਟਮ ਇਹ ਅਜੇ ਲੰਬਾ ਚੱਲਣਾ। ਬਹੁਤ ਸਿਸਟੇਮੈਟਿਕ ਤਰੀਕੇ ਨਾਲ ਗੁਰੂ ਘਰ ਭਾਵੇਂ ਬਾਬਾ ਜੀ ਹੋਰੀ ਇੱਥੇ 2 ਸਬਜ਼ੀਆਂ ਅਤੇ ਪ੍ਰਸ਼ਾਦਾ ਜੋ ਲੰਗਰ ਦਾ ਸਿਧਾਂਤ ਹੈ ਨਾ, ਸੋ ਜਿਹੜੇ ਭਰਾ ਇਹ ਉਪਰਾਲਾ ਕਰ ਵੀ ਰਹੇ, ਪਹਿਲੀ ਗੱਲ ਤਾਂ ਉਹਨਾਂ ਨੂੰ ਸ਼ਾਬਾਸ਼ ਹੈ। ਔਰ ਮੇਰੇ ਵੱਲੋਂ ਇੱਕ ਨਿੱਜੀ ਬੇਨਤੀ ਹੈ, ਇਹਨੂੰ ਕਿਤੇ ਗਲਤ ਤਰੀਕੇ ਨਾਲ ਨਾ ਸੋਚਿਆ ਜਾਵੇ। ਸੋ ਅਜੇ ਮੈਨੂੰ ਲੱਗਦਾ ਕਿ ਇਹ ਸਿਸਟਮ ਲੰਬਾ ਚੱਲੂ, ਇਹ ਸੰਘਰਸ਼ ਹੋ ਸਕਦਾ 6 ਤੋਂ 8 ਮਹੀਨੇ ਵੀ ਲੰਬਾ ਚੱਲੇ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਬਰ ਦੀ ਬਹੁਤ ਜ਼ਰੂਰਤ ਹੈ ਇਸ ਮੌਕੇ ਤੇ, ਜਿਹੜਾ ਸਬਰ ਤੇ ਸੰਤੋਖ ਉਹ ਵੀ ਰੱਖਣਾ ਜ਼ਰੂਰੀ ਹੈ। ਜੇਕਰ ਸਬਰ ਨਹੀਂ ਰਹੇਗਾ ਤੇ ਜੇਕਰ ਲੰਮਾ ਮੋਰਚਾ ਚੱਲਦਾ 26 ਤੋਂ ਬਾਅਦ ਵੀ, ਕਿਉਂਕਿ ਕਿਸਾਨ ਆਗੂਆਂ ਦੇ ਵੱਲੋਂ ਵੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ। ਉਹ ਕਹਿ ਰਹੇ ਆ 26 ਤਰੀਕ ਨੂੰ, ਇਹਦਾ ਮਤਲਬ ਇਹ ਨਹੀਂ ਹੈ 26 ਨੂੰ ਪਰੇਡ ਹੋ ਗਈ, ਲੱਖਾਂ ਦੀ ਗਿਣਤੀ ਵਿੱਚ ਲੋਕ
ਆ ਗਏ ਤੇ ਖਤਮ ਹੋ ਜਾਏਗਾ। ਉਸ ਤੋਂ ਬਾਅਦ ਵੀ ਲੰਮਾ ਕੰਮ ਚੱਲੇਗਾ। ਜਿਹੜਾ ਸਬਰ ਹੈ, ਕਿਉਂਕਿ ਤੁਸੀਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਰਾਹੀਂ ਲੋਕਾਂ ਨੂੰ ਹਮੇਸ਼ਾ ਹੀ ਇੱਕ ਸੇਧ ਦਿੰਦੇ ਹੋ, ਤੇ ਸਬਰ ਦੇ ਉੱਪਰ ਜੇਕਰ ਇਤਿਹਾਸ ਨੂੰ ਟੱਚ ਕਰਦਾ ਹੋਇਆ ਕੋਈ ਸੌਂਗ ਹੈ ਤਾਂ ਮੈਂ ਚਾਹਾਂਗਾ ਉਹ ਵੀ ਜ਼ਰੂਰ ਤੁਸੀਂ ਸਾਂਝਾ ਕਰੋ, ਕਿਉਂਕਿ ਤੁਹਾਡੀ ਗਾਇਕੀ ਦੇ ਰਾਹੀਂ ਵੱਡਾ ਸੁਨੇਹਾ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਸਿੰਗਰਾਂ ਦੇ ਉੱਪਰ ਉਂਗਲਾਂ ਉੱਠਦੀਆਂ ਰਹੀਆਂ ਕਿ ਉਹ ਸਾਫ਼ ਸੁਥਰਾ ਨਹੀਂ ਗਾਉਂਦੇ, ਲੋਕ ਉਹਨਾਂ ਤੋਂ ਕੀ ਉਮੀਦ ਰੱਖਣ। ਪਰ ਇਸ ਵਾਰ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਸਿੰਗਰਾਂ ਨੇ। ਕਈ ਤਾਂ ਮੇਰੀ ਗੱਲ ਚੱਲ ਰਹੀ ਸੀ ਨੌਜਵਾਨਾਂ ਦੇ ਨਾਲ, ਕਈਆਂ ਨਾਲ ਉਹ ਸਹਿ ਸੁਭਾਏ ਕਹਿ ਰਹੇ ਸੀ, ਕਹਿੰਦੇ ਪੰਜਾਬ ਦੇ ਸਿੰਗਰਾਂ ਨੇ ਤਾਂ ਆਪਣੇ ਸਾਰੇ ਪਾਪ ਧੋਲੇ ਇਸ ਵਾਰ ਇਸ ਧਰਨੇ ਦੇ ਵਿੱਚ ਆ ਕੇ। ਕਿਉਂ ਕਹਿ ਰਹੇ ਸੀ? ਕਿਉਂਕਿ ਸਿੰਗਰਾਂ ਦਾ ਵਾਕਈ ਇਸ ਵਾਰ ਵੱਡਾ ਯੋਗਦਾਨ ਰਿਹਾ, ਤੇ ਤੁਸੀਂ ਤਾਂ ਵੱਡਾ ਯੋਗਦਾਨ ਪਾਉਂਦੇ ਹੀ ਹੋ ਸਾਫ਼ ਸੁਥਰੀ ਗਾਇਕੀ ਦੇ ਰਾਹੀਂ। ਜੇਕਰ ਕੋਈ ਸਬਰ ਦੇ ਨਾਲ ਟੱਚ ਕਰਦਾ ਹੋਇਆ ਕੋਈ ਸੌਂਗ ਐਸਾ ਹੈ ਜਿਹੜਾ ਨੌਜਵਾਨਾਂ ਨੂੰ ਸੰਦੇਸ਼ ਦੇ ਸਕੇ ਤੇ ਉਹ ਵੀ ਜ਼ਰੂਰ ਸੁਣਾਓ। ਮੈਨੂੰ ਲੱਗਦਾ ਭਾਜੀ ਅਜੇ ਸੰਦੇਸ਼ ਦੇਣ ਜੋਗੇ ਤਾਂ ਆਪਾਂ ਹੋਏ ਨਹੀਂ। ਸੰਦੇਸ਼ ਨਹੀਂ, ਚਲੋ ਸਾਂਝ ਜ਼ਰੂਰ ਪਾਓ। ਬੇਨਤੀ ਜ਼ਰੂਰ ਕਰ ਸਕਦੇ ਹਾਂ। ਪਹਿਲੀ ਗੱਲ ਜਿਹੜੀ ਕਲਾਕਾਰਾਂ ਦਾ ਸਹਿਯੋਗ ਦੇ ਨਾਲ ਕਲਾਕਾਰਾਂ ਦਾ ਸਭ ਤੋਂ ਵੱਡਾ ਫਰਜ਼ ਆ ਭਾਜੀ। ਹਰ ਇੱਕ ਦਾ 100 ਪਿੱਛੇ ਤੁਸੀਂ 50 ਜਾਂ 60% ਦੀ, ਮੈਂ ਇੱਥੇ 6ਵੀਂ ਵਾਰ ਆਇਆ ਬਾਬਾ ਜੀ ਹੋਰਾਂ ਕੋਲ, ਇਹਦੇ ਪਿੱਛੇ ਸਾਡੇ ਨਿੱਜੀ ਮੁਫਾਦ ਆ। ਉਹ ਕਿਸ ਤਰ੍ਹਾਂ? ਜਿਸ ਤਰ੍ਹਾਂ ਲੋਕਤੰਤਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਦਾ, ਇਸੇ ਤਰ੍ਹਾਂ ਕਲਾਕਾਰਾਂ ਦੇ ਜਿਹੜੇ ਗੀਤ ਹੈ ਇਹ ਲੋਕਾਂ ਲਈ ਆ। ਅੱਜ ਹਰ ਇੱਕ ਕਲਾਕਾਰ, ਜਿਸ ਤਰ੍ਹਾਂ ਪਹਿਲਾਂ ਭਾਵੇਂ ਹਥਿਆਰ ਪ੍ਰਮੋਟ ਹੋਏ, ਉਹ ਭਾਵੇਂ ਨਗੇਜਪੁਣਾ ਪ੍ਰਮੋਟ ਹੋਇਆ, ਪਰ ਅੱਜ ਦੇ ਕਲਾਕਾਰ ਕੋਈ ਵੀ ਦੂਸਰਾ ਗੀਤ ਜਿਹਦਾ ਵਿਸ਼ਾ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਜੋ ਚੱਲਦਾ ਹੈ ਅੱਜ ਤੋਂ ਪਹਿਲਾਂ, ਉਹ ਹੋ ਨਹੀਂ ਰਿਹਾ ਰਿਲੀਜ਼। ਕਿਉਂ? ਇੱਕ ਲੋਕ ਲਹਿਰ ਬਣ ਗਈ। ਮੈਂ ਬੇਨਤੀ ਵੀ ਕਰੂੰਗਾ, ਜੇ ਆਪਾਂ ਕੋਸ਼ਿਸ਼ ਕਰੀਏ ਸੁਣਨ ਵਾਲੇ ਵੀ 50% ਦੀ ਆਪਾਂ ਹਮਲਾ ਮਾਰੀਏ, ਵੀ ਜਿਸ ਤਰ੍ਹਾਂ ਹੁਣ ਇੱਕ ਲੋਕ ਲਹਿਰ ਬਣੀ, ਆਪਣਾ ਕੰਨ ਰਸ ਵਧੀਆ ਬਣਾ ਲਏ, ਮੈਨੂੰ ਲੱਗਦਾ ਕਦੇ ਕਹਿਣ ਦੀ ਲੋੜ ਨਹੀਂ ਪਊਗੀ। ਤੇ ਕਿਤੇ ਨਾ ਕਿਤੇ ਸੁਣਨ ਵਾਲਿਆਂ ਦਾ 20-60% ਦੀ ਇਹ ਹੈਗਾ ਆ। ਕਿਤੇ ਨਾ ਕਿਤੇ ਆਪਾਂ ਹੁਣ ਮੈਂ 2002 ਤੋਂ ਭਾਜੀ ਸਟਰਗਲ ਕਰ ਰਿਹਾ, 35-36 ਸਾਲ ਦਾ ਹੋ ਗਿਆ, ਤੇ ਮੇਰਾ 2 ਤੋਂ 21 ਚੱਲਦਾ ਆ, ਮੇਰਾ 18 ਤੇ 19 ਕੁ ਸਾਲ ਦਾ ਤਾਂ ਸੰਘਰਸ਼ ਹੋ ਗਿਆ, ਤੇ ਹੁਣ ਮੇਰੇ 2-3 ਸਾਲਾਂ ਤੋਂ ਪੈਰ ਲੱਗਿਆ। ਚੰਗਾ ਗਾ ਕੇ ਅੱਗੇ ਆਉਣ ਦੇ ਲਈ ਬਹੁਤ ਵੱਡੀ ਹਿੰਮਤ ਚਾਹੀਦੀ ਹੈ। ਨੇ ਚੱਕ ਲਓ, ਧਰ ਲਓ, ਕੱਲ੍ਹ ਨੂੰ ਹਲਕੀ ਜਿਹੀ ਗੱਲ ਕਰਕੇ ਕੋਈ ਵੀ ਕਲਾਕਾਰ ਬਣ ਸਕਦਾ। ਜਿਹੜੇ ਆਏ ਉਹਨਾਂ ਨੂੰ ਮੁਬਾਰਕਬਾਦ ਹੈ, ਪਰ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਆਉਣ ਵਾਲੀ ਪਨੀਰੀ, ਅੱਜ ਛੋਟੇ ਬੱਚੇ ਵੀ ਦੇਖ ਲਓ ਨਾਲ ਇਸ ਅੰਦੋਲਨ ਦਾ ਹਿੱਸਾ ਬਣ ਰਹੇ, ਪਰ ਉਹਨਾਂ ਨੂੰ ਹੁਣ ਤੋਂ ਆਪਣੇ ਗੀਤਾਂ ਰਾਹੀਂ ਆਪਣੇ ਇਤਿਹਾਸ ਬਾਰੇ ਜ਼ਰੂਰ ਚਾਨਣਾ ਕਰਾਈਏ। ਜੇ ਕਮਰਸ਼ੀਅਲੀ ਆਪਾਂ 10 ਗੀਤ ਰਿਲੀਜ਼ ਕਰਦੇ ਹਾਂ, ਫਰਜ਼ ਸਮਝ ਕੇ ਉਹਦੇ ਨਾਲ 2 ਗੀਤ ਹੋਰ ਰਿਲੀਜ਼ ਕਰੀਏ ਜਿਨ੍ਹਾਂ ਦਾ ਵਿਸ਼ਾ ਸਾਡਾ ਇਤਿਹਾਸ ਹੋਵੇ। ਸੋ ਇੱਕ ਛੋਟਾ ਜਿਹਾ ਗੀਤ ਮੈਂ ਤੁਹਾਡੀ ਨਜ਼ਰ ਕਰ ਰਿਹਾ ਅੱਜ ਦੀ ਹਕੂਮਤ ਦੇ ਲਈ, ਔਰ ਸੱਚ ਹੈ, ਝੋਲੀ ਸ਼ਾਹੂਕਾਰ ਦੀ ਪੈ ਜੇ, ਦੇਸ਼ ਦੇ ਸਾਧਨ ਵੇਚਣ ਬਹਿ ਜੇ, ਉਹਨਾਂ ਨੂੰ ਅੱਤਵਾਦੀ ਕਹਿ ਜਾਏ, ਖਾਵੇ ਜਿਨ੍ਹਾਂ ਦਾ ਖਾਣਾ। ਜਿਸ ਦੇਸ਼ 'ਚ ਰੁਲਨ ਕਿਸਾਨ ਉਹ ਹਾਕਮ ਹੋ ਸਕਦਾ ਨਹੀਂ ਸਿਆਣਾ। ਜਿਸ ਦੇਸ਼ 'ਚ ਰੁਲਨ ਕਿਸਾਨ ਉਹ ਹਾਕਮ ਹੋ ਸਕਦਾ ਨਹੀਂ ਸਿਆਣਾ। ਨਿਤ ਨਵਾਂ ਹੀ ਝੂਠ ਜੋ ਬੋਲੇ, ਜਨਤਾ ਡਰਦੀ ਜਦ ਮੂੰਹ ਖੋਲੇ, ਬੋਝੇ ਦੇ ਵਿੱਚ ਰਹੇ ਨਾ ਛੋਲੇ, ਬਣਦਾ ਫਿਰੇ ਮਹਾਰਾਣਾ। ਜਿਸ ਦੇਸ਼ 'ਚ ਰੁਲਨ ਕਿਸਾਨ ਉਹ ਹਾਕਮ ਹੋ ਸਕਦਾ ਨਹੀਂ ਸਿਆਣਾ। ਮਨ ਕੀ ਬਾਤ ਸੁਣਾ ਕੇ ਤੁਰ ਜੇ, ਧਰਮਾਂ ਵਿੱਚ ਉਲਝਾ ਕੇ ਤੁਰ ਜੇ। ਮਨ ਕੀ ਬਾਤ ਸੁਣਾ ਕੇ ਤੁਰ ਜੇ, ਧਰਮਾਂ ਵਿੱਚ ਉਲਝਾ ਕੇ ਤੁਰ ਜੇ। ਅੱਗ ਦੇਸ਼ ਨੂੰ ਲਾ ਕੇ ਜੋ ਫਿਰ ਗਾਉਂਦਾ ਫਿਰਦਾ ਗਾਣਾ। ਜਿਸ ਦੇਸ਼ 'ਚ ਰੁਲਨ ਕਿਸਾਨ ਉਹ ਹਾਕਮ ਹੋ ਸਕਦਾ ਨਹੀਂ ਸਿਆਣਾ। ਘਰ ਪਰਿਵਾਰ ਤੋਂ ਰੜਾ ਜੋ ਹੋਵੇ, ਲੋਕੋ ਇਹਨਾਂ ਵਾਂਗਰ ਛੜਾ ਨਾ ਹੋਵੇ। ਮਲਪੁਰ ਨਾਲ ਖੜਾ ਜੇ ਹੋਵੇ, ਸਾਰੇ ਲੁੱਚਾ ਲਾਣਾ। ਜਿਸ ਦੇਸ਼ 'ਚ ਰੁਲਨ ਕਿਸਾਨ ਉਹ ਹਾਕਮ ਹੋ ਸਕਦਾ ਨਹੀਂ ਸਿਆਣਾ, ਹੋ ਸਕਦਾ ਨਹੀਂ ਸਿਆਣਾ ਹੋ। ਬਹੁਤ ਸ਼ਾਨਦਾਰ ਜੀ। ਤੁਸੀਂ ਸਾਫ਼ ਸੁਥਰੀ ਗਾਇਕੀ ਦੇ ਰਾਹੀਂ ਪਹਿਲਾਂ ਵੀ ਨੌਜਵਾਨਾਂ ਨੂੰ ਜੋੜਦੇ ਰਹਿੰਦੇ ਹੋ ਇਤਿਹਾਸ ਦੇ ਨਾਲ, ਫਰਜ਼ਾਂ ਦੇ ਨਾਲ, ਤੇ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਕੇ ਤੁਸੀਂ ਹੋਰ ਵੀ ਵੱਡਾ ਯੋਗਦਾਨ ਪਾ ਰਹੇ ਹੋ। ਗੱਲਾਂ ਕਰਕੇ ਬੜਾ ਆਨੰਦ ਆਇਆ, ਦਿਲ ਤੇ ਕਰਦਾ ਹੋਰ ਗੱਲਾਂ ਕਰੀ ਜਾਈਏ, ਪਰ ਸਾਡੀ ਫੁਟੇਜ ਬੜੀ ਵੱਧ ਰਹੀ ਹੈ, ਤੇ ਆਪਾਂ ਕੋਸ਼ਿਸ਼ ਕਰਾਂਗੇ ਫੇਰ ਮਿਲਾਂਗੇ ਜ਼ਰੂਰ ਅੰਦੋਲਨ ਦੇ ਬਾਰੇ ਆਪਾਂ ਗੱਲਾਂ। ਮੈਂ ਜ਼ਰੂਰ ਕਹੂੰਗਾ ਮੀਡੀਆ ਦਾ ਬਹੁਤ ਧੰਨਵਾਦ। ਦੇਖੋ ਜਿੱਥੇ ਸਾਨੂੰ ਵੀ ਚਲੋ ਸਾਡਾ ਪਬਲਿਕ ਫੇਸ ਹੈ, ਜਿੰਨਾ ਕੁ ਵੀ ਹੈ ਲੋਕ ਜਾਣਦੇ ਆ, ਤੇ ਮੈਂ ਤੁਹਾਡਾ ਬਹੁਤ ਦਿਲੋਂ ਤੁਸੀਂ
ਜਗਬਾਣੀ ਤੋਂ ਤੁਹਾਡਾ ਬਹੁਤ ਸਤਿਕਾਰ, ਜਿਹੜੇ ਵੀ ਸੋਸ਼ਲ ਮੀਡੀਆ ਤੋਂ ਭਰਾ, ਕਿਉਂਕਿ ਤੁਹਾਡੇ ਹੌਸਲੇ ਕਰਕੇ, ਤੁਹਾਡੇ ਨਜ਼ਰੀਏ ਇਹ ਅੰਦੋਲਨ ਬਹੁਤ ਵੱਡਾ ਵਿਸ਼ਵ ਦਾ ਜਿਹੜਾ ਇਹਨੇ ਰੂਪ ਲਿਆ, ਉਹ ਤੁਹਾਡੇ ਭਰਾਵਾਂ ਦੇ ਮਿਹਨਤ ਕਰਕੇ। ਨਿੱਕੀ ਨਿੱਕੀ ਗੱਲ ਹੁਣ ਆਪਾਂ ਗੱਲ ਕੀਤੀ ਹੈ, ਵਰਲਡ ਤੱਕ ਜਾਣੀ ਹੈ। ਸੋ ਮੈਂ ਤੁਹਾਨੂੰ ਦਿਲੋਂ ਤੁਹਾਡਾ ਸਤਿਕਾਰ ਔਰ ਸ਼ਾਬਾਸ਼ ਕਿ ਇਸ ਅੰਦੋਲਨ ਦੇ ਵਿੱਚ ਆਉਣ ਵਾਲੇ ਇਤਿਹਾਸ ਦੇ ਜਦੋਂ ਪੱਤਰੇ ਲਿਖੇ ਜਾਣਗੇ ਤੇ ਤੁਹਾਡਾ ਬਹੁਤ ਵੱਡਾ ਰੋਲ ਹੈ। ਮਾਲਕ ਇਸੇ ਤਰ੍ਹਾਂ ਸੁਚੱਜੀ ਸੇਵਾ ਤੁਹਾਡੇ ਕੋਲੋਂ ਲੈਂਦਾ ਰਹੇ। ਬਹੁਤ ਸਤਿਕਾਰ ਭਾਜੀ। ਧੰਨਵਾਦ ਤੁਹਾਡਾ ਵੀ ਬਹੁਤ ਬਹੁਤ, ਤੁਸੀਂ ਸਮਾਂ ਕੱਢਿਆ ਗੱਲਬਾਤ ਕਰਨ ਦੇ ਲਈ। ਇਹ ਸੰਤ ਪੰਮਾ ਡੋਮੇਵਾਲ ਜੀ, ਜੋ ਕਿ ਬਹੁਤ ਸਾਫ ਸੁਥਰੀ ਗਾਇਕੀ ਲਈ ਦੀ ਫੇਮਸ ਨੇ, ਪੰਜਾਬ ਦੇ ਵਿੱਚ ਆਪਣੇ ਸੋਹਣੇ ਗਾਣਿਆਂ ਕਰਕੇ ਜਾਣੇ ਜਾਂਦੇ ਨੇ। ਅੱਜ ਇਹ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੇ ਨੇ ਤੇ ਨੌਜਵਾਨਾਂ ਦੇ ਵਿੱਚ ਜੋਸ਼ ਤੇ ਹੋਸ਼ ਦੀ ਗੱਲ ਚਲਾ ਰਹੇ ਨੇ। ਇਸੇ ਤਰ੍ਹਾਂ ਹੋਰ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਹੀ ਰਹੇ ਹਾਂ, ਪਹਿਲਾਂ ਵੀ ਤੇ ਦਿਖਾਉਂਦੇ ਰਹਾਂਗੇ। 26 ਜਨਵਰੀ ਦੀ ਜਿਹੜੀ ਪਰੇਡ ਹੋ ਰਹੀ ਹੈ, ਕਿੰਨੇ ਕੁ ਲੋਕ, ਕਿੰਨੇ ਕੁ ਕਿਸਾਨ ਇੱਥੇ ਪਹੁੰਚ ਰਹੇ, ਉਸ ਤਸਵੀਰਾਂ ਦੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।